ज्ञान ध्यान किछ कर्म ना जाना। नाहि न निर्मल करनी साधु संगत के अंचल लावो। बिखम नदी जाए तरनी सोई सुनंदड़ी मेरा तन मन मौला। नाम जपंदड़ी लाली पंद जुलंदड़ी मेरा अंदर ठंडा। गुर दर्शन देख निहाली सतनाम वाहिगुरु साहिब जियो। राग सूही महला पंजवा कर पंजवा पड़ताल एक ओंकार सतगुर प्रसाद। प्रीत प्रीत गुरिया मोहन लालना। जप मन गोबिंद एक अवर नहीं को लेख। संत लाग मन है छाड़ दुविधा की कुरिया। प्रीत प्रीत गुरिया मोहन लालना। जप मन गोबिंद एक अवर नहीं को लेख। संत लाग मन है छाड़ दुविधा की कुरिया। रहा निर्गुण हरिया सरगुण धरिया। अनिक कोठरिया भिन्न 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 करिया। विच मन कोटवरिया निज मंदर पिरिया। तहाँ आनंद करिया नह मरिया नह जरिया। कीर्तन जुरिया बहुविध फिरिया। पर कौ हिरिया बिखना किरिया। अब साधु संग परिया हर द्वारे खरिया। दर्शन करिया नानक गुर मिरिया। बहुर ना फिरिया हर द्वारे खरिया। दर्शन करिया नानक गुर मिरिया। बहुर ना फिरिया। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी की अजीम अपार बख्शिश मनुखी जीवन के सफ़र में असी माण पा रहे हैं। संध्या समा गुरु हजूर गुरु दरबार गुरबाणी दीवान चल रहा है। रहराज साहब जी के जाप तो उपरंत गुरबाणी कीर्तन की चौकी संपूर्ण हुई है। हुण समा बनिया
ਗੁਰ ਸ਼ਬਦ ਦੇ ਨਾਲ ਵਿਆਖਿਆ ਦੇ ਰੂਪ ਵਿੱਚ ਅਸੀਂ ਸਾਂਝ ਪਾਈਏ। ਸੂਹੀ ਰਾਗ ਸਾਨੂੰ ਵਿਚਾਰ ਗੋਚਰੇ ਪ੍ਰਾਪਤ ਹੈ। ਇਸ ਰਾਗ ਅੰਦਰ ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ ਸ਼ਬਦਾਂ ਨੂੰ ਅਸੀਂ ਮੁਸਲਸਲ ਕਈ ਰੋਜ਼ਾਂ ਤੋਂ ਵਿਚਾਰ ਰਹੇ ਹਾਂ। ਇਹ ਸ਼ਬਦ ਬੀਤੇ ਕੱਲ੍ਹ ਅਸੀਂ ਦੀ ਤਕਰੀਰ ਵਿਚਾਰ ਪ੍ਰਾਰੰਭ ਕੀਤੀ ਸੀ। ਅੱਜ ਯਤਨ ਹੋਏਗਾ ਸਮੁੱਚੇ ਸ਼ਬਦ ਨੂੰ ਅਸੀਂ ਵਿਆਖਿਆ ਸਕੀਏ, ਸਮਝ ਸਕੀਏ। ਬਚਨ ਦਾ ਪਹਿਲਾ ਪਦਾ ਰਹਾਉ ਦਾ ਬੰਧ ਹੈ, ਜਿਹਦੇ 'ਚ ਮੁੱਖ ਸੁਨੇਹਾ ਹੈ। ਸਭ ਜ਼ਿਕਰ ਕਰਦੇ ਨੇ ਪ੍ਰੀਤ ਪ੍ਰੀਤ ਗੁਰੀਆ, ਮੋਹਨ ਲਾਲ ਨਾ ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨ ਛਾੜ ਦੁਬਿਧਾ ਕੀ ਕੁਰੀਆ। ਪ੍ਰੀਤ ਪ੍ਰੀਤ ਗੁਰੀਆ, ਮੋਹਨ ਲਾਲਨਾ। ਬੜੀ ਡਿਟੇਲ ਡਿਸਕਸ਼ਨ ਹੋਈ ਸੀ, ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ, ਸਨੇਹ ਕਹਿੰਦੇ ਹਾਂ। ਉਸ ਸਨੇਹਤਾ ਦੀ ਸਾਂਝ ਜਿਹੜੀ ਸਭ ਤੋਂ ਸੱਚੀ ਸੁੱਚੀ ਪ੍ਰੀਤ ਹੈ, ਗੁਰੀਆ, ਉਹ ਰੱਬ ਦੀ ਪ੍ਰੀਤ ਹੈ। ਪਰ ਇਸੇ ਸ਼ਬਦ ਵਿੱਚ ਸਾਨੂੰ ਬਿਆਨ ਕੀਤਾ ਗਿਆ ਕਿ ਰੱਬ ਜਿਹੜਾ ਆ ਉਹ ਕਿਸੇ ਡਿਫਰੈਂਟ ਪਲੈਨਟ ਦੇ ਉੱਤੇ ਅਤੇ ਡਿਫਰੈਂਟ ਕਿਸੇ ਖਾਸ ਜੋ ਸੈਟਿੰਗਸ ਦੇ ਵਿੱਚ ਨਹੀਂ ਰਹਿੰਦਾ। ਉਹਦੀ ਰਚਨਾ ਹੀ ਉਹਦੇ ਰੂਪ ਨੂੰ, ਉਹਦੀ ਹੋਂਦ ਨੂੰ, ਉਹਦੀ ਐਗਜ਼ਿਸਟੈਂਸ ਨੂੰ, ਜਿਹੜੀ ਉਹਦੀ ਐਗਜ਼ਿਸਟੈਂਸ ਐਗਜ਼ਿਸਟ ਕਰਦੀ ਹੈ, ਉਹਨੂੰ ਰਿਫਲੈਕਟ ਕਰਦੀ ਹੈ। ਸੋ ਇਨਡੀਡ ਜੇ ਇਸ ਸ਼ਬਦ ਨੂੰ ਅੰਡਰਸਟੈਂਡ ਕਰੀਏ ਤਾਂ ਇਹ ਹੈ ਕਿ ਸੰਸਾਰ ਦੇ ਵਿੱਚ ਪਿਆਰ ਦਾ, ਖਲੂਸ ਦਾ, ਮੁਹੱਬਤ ਦਾ ਰਿਸ਼ਤਾ ਸਾਨੂੰ ਸਥਾਪਿਤ ਕਰਨ ਦੀ ਜਾਚ ਆਵੇ। ਪਰ ਉਹਦੇ 'ਚ ਇਹ ਹੈ ਕਿ ਸੰਸਾਰ ਦੇ ਪ੍ਰਤੀ ਸਾਡੀ ਅਪਰੋਚ, ਜਿਹਨੂੰ ਬਾਣੀ ਨੇ ਕਿਹਾ ਸੀਗਾ ਕਿ ਹੁਣ ਹਾਲਤ ਇਹ ਹੈ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਹੀ ਕੂੜ ਚਾਰ ਚੁਫੇਰੇ ਲੱਗ ਰਿਹਾ। ਰੀਜ਼ਨ ਕਿ ਕੂੜ ਕੂੜ ਹੈ, ਨਿਹ ਲੱਗਾ, ਨਿਹ ਵੀ ਹੈ, ਪਰ ਕੂੜ ਦਾ ਕੂੜ ਦੇ ਨਾਲ ਹੈ। ਵਿਸਰਿਆ ਕਰਤਾਰ, ਵਿੱਚੋਂ ਕਰਤਾਰ ਵਿਸਰ ਗਿਆ, ਮਾਈਨਸ ਹੋ ਗਿਆ। ਬੰਦਾ ਕੁਝ ਨਿੱਜੀ ਕਮਜ਼ੋਰੀਆਂ ਦਾ ਸ਼ਿਕਾਰ ਹੈ, ਕੁਝ ਆਲੇ ਦੁਆਲੇ ਦੀਆਂ ਕਮਜ਼ੋਰੀਆਂ, ਅਟੈਂਸ਼ਨ ਪੇ ਬਹੁਤ ਕਰਦਾ ਉਹਨਾਂ ਨੂੰ, ਅਤੇ ਉਹ ਸਾਰੇ ਦੇ ਨਾਲ ਸਭ ਮਾੜਾ, ਸਭ ਭੈੜਾ, ਸਭ ਗਲਤ, ਸਭ ਇਸ ਕਿਸਮ ਦਾ ਭਾਵ ਆਈ ਜਾਂਦਾ ਹੈ। ਇਹਦੇ ਵਿੱਚੋਂ ਫਰਸਟ੍ਰੇਸ਼ਨ ਜਨਮ ਲੈਂਦੀ ਹੈ। ਇਹਦੇ ਵਿੱਚੋਂ ਜਿਹਨੂੰ ਅਸੀਂ ਖਾਸ ਕਰਕੇ ਕਹਿੰਦੇ ਹਾਂ ਕਿ ਜਿਹੜਾ ਬੰਦੇ ਦੇ 'ਚ ਇੱਕ ਨੈਸਟੀ, ਇੱਕ ਨੈਗੇਟਿਵ ਨਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਸਾਰੇ ਅਹਿਸਾਸ ਵਿੱਚ ਜੇ ਅਸੀਂ ਸੰਸਾਰ ਵਿੱਚ ਦੇਖੀਏ ਤਾਂ ਪ੍ਰੀਤ ਪ੍ਰੀਤ ਗੁਰੀਆ, ਮੋਹਨ ਲਾਲਨਾ, ਇਹ ਤੁਹਾਨੂੰ ਲੱਭਣਾ ਬਹੁਤ ਹਾਰਡ ਹੋ ਜਾਏਗਾ। ਹਾਲਤ ਤਾਂ ਇਹ ਹੈ ਕਿ ਤੁਸੀਂ ਕਿਸੇ ਨੂੰ ਪਿਆਰ ਦਿੰਦੇ ਵੀ ਹੋ, ਅਗਲਾ ਪਿਆਰ ਲੈਣ ਲਈ ਤਿਆਰ ਨਹੀਂ। ਕੋਈ ਪਿਆਰ ਤੁਹਾਡੇ ਵਾਸਤੇ ਜਤਾ ਰਿਹਾ, ਤੁਸੀਂ ਉਹਨੂੰ ਰਿਸੀਵ ਨਹੀਂ ਕਰ ਪਾ ਰਹੇ। ਮਤਲਬ ਇੱਕ ਅਜੀਬ ਤਰ੍ਹਾਂ ਦੀ ਹਾਲਤ ਸੰਸਾਰ ਤੁਹਾਨੂੰ ਮਿਲੇਗੀ। ਘਰਾਂ ਥਾਵਾਂ 'ਚ ਲੈ ਲਵੋ, ਰਿਲੇਸ਼ਨਸ਼ਿਪ ਮਤਲਬ ਤੇ ਹੈ ਦੋ ਇੰਡੀਵਿਜੂਅਲ when they get married, that mean two joys are going to multiply। ਦੋ ਜਿਹੜਾ ਆਨੰਦ ਨੇ, ਜਿਹੜੇ ਦੋ ਖੁਸ਼ੀਆਂ ਨੇ, ਆਨੰਦ ਕਾਰਜ ਤਾਂ ਹੀ ਕਿਹਾ ਜਾਂਦਾ ਨਾ, ਉਹ ਮਲਟੀਪਲਾਈ ਹੋਣਗੇ। ਹੁੰਦਾ ਕੀ ਹੈ, ਪਤਾ ਲੱਗਦਾ ਕਿ ਦੋ ਵੱਡੀਆਂ ਜਿਹੜੇ ਟੈਂਕ ਆਫ ਮਿਜ਼ਰੀਜ਼ ਸੀਗੇ ਉਹ ਮਲਟੀਪਲਾਈ ਹੋ ਗਏ ਨੇ। ਸੋ ਉਹਦੇ 'ਚ ਹੋਰ ਹਾਲਾਤ ਜਿਹੜੇ ਨੇ ਉਸ ਰੂਪ ਦੇ ਵਿੱਚ ਫਿਰ ਅਗਾਂ ਇਨ ਬਿਨ ਜਿਹੜਾ ਬਾਏ ਪ੍ਰੋਡਕਟ ਉਸ ਫੈਮਿਲੀ 'ਚੋਂ ਬੱਚੇ ਆ ਰਹੇ ਨੇ, ਉਹਨਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਫਿਰ ਉਹੀ ਜੋ ਸੋਸ਼ਲ ਇੰਟਰੈਕਸ਼ਨ ਹੁੰਦੀ ਹੈ ਉਹਨਾਂ ਦੀ, ਫਿਰ ਉਹਦੀ ਹਾਲਤ ਤੁਸੀਂ ਦੇਖ ਸਕਦੇ ਆ। ਸੋ ਇਹ ਸਾਰੇ ਦੇ ਵਿੱਚ ਕੂੜ ਪ੍ਰਧਾਨ, ਕੂੜ ਹੀ ਕੂੜ, ਕੂੜ ਕੂੜਾ ਨਹੀਂ ਲੱਗਾ, ਵਿਸਰਿਆ ਕਰਤਾਰ, ਵਿੱਚੋਂ ਕਰਤਾਰ ਵਿਸਰ ਜਾਂਦਾ। ਅਤੇ ਲਿਟਰਲੀ ਤੌਰ 'ਤੇ ਅੱਜ ਦੇ ਦੌਰ 'ਚ ਤੇ ਗੱਲ ਹੁੰਦੀ ਹੈ, ਵੇਅਰ ਇਜ਼ ਗॉड, ਵੇਅਰ ਇਜ਼ ਕ੍ਰੀਏਟਰ, ਨੋ ਵਨ, ਨੋ ਵੇਅਰ। ਇਟਸ ਜਸਟ ਹਿਊਮਨ ਇਮੈਜੀਨੇਸ਼ਨ, ਨਥਿੰਗ ਐਲਸ। ਜਿਹਨੂੰ ਅਸੀਂ ਕਈ ਵਾਰੀ ਵਿਚਾਰਦੇ ਹਾਂ, ਬਾਤ ਕੀਤੀ ਹੈ ਕਿ ਸਾਈਮਨ ਫਰਾਇਡ ਨੇ ਕਦੀ ਗੱਲ ਕਹੀ ਸੀ, ਕਹਿੰਦਾ ਕਿ ਮਨੁੱਖ ਨੂੰ ਜਾਂ ਸਮੁੱਚੀ ਕਮਿਊਨਿਟੀ ਨੂੰ ਅਸਲ 'ਚ ਸਾਈਕੋਸਿਸ ਡਿਸਆਰਡਰ ਹੋ ਗਿਆ, ਅਤੇ ਉਹਦੇ ਕਰਕੇ ਉਹ ਰੱਬ ਨਾਂ ਦੇ ਇੱਕ ਤਸੱਵੁਰ ਨੂੰ, ਤਸੱਵੁਰ ਮੇਨ ਇੱਕ ਅਜ਼ੰਪਸ਼ਨ ਜਿਹੜੀ ਇੱਕ ਅਜ਼ਿਊਮ ਕੀਤੀ ਹੋਈ ਚੀਜ਼ ਹੈ, ਉਹਨੂੰ ਬਹੁਤ ਜ਼ਿਆਦਾ ਤਰਜੀਹ ਦਿੰਦਾ ਹੈ।
ਸੋ ਇਸ ਸਿਨੈਰੀਓ ਦੇ 'ਚ ਚੀਜ਼ਾਂ ਜਦੋਂ ਹੋਣਗੀਆਂ ਫਿਰ ਬੰਦੇ ਦਾ ਮੌਲਿਕ ਜੀਵਨ ਕੀ ਰਹਿ ਜਾਏਗਾ? ਮੌਲਿਕ ਜੀਵਨ ਇਹੀ ਰਹਿ ਜਾਏਗਾ, ਖਾਓ ਪੀਓ ਮौज ਕਰੋ। ਫਿਰ ਇਸ ਤੋਂ ਅਗਲੇ ਲੈਵਲ 'ਤੇ ਆਏਗਾ ਕਿ ਬੰਦਾ ਇੱਕ ਲੀਗਲੀ ਠੀਕ ਹੈ, ਬਸ ਠੀਕ ਹੈ। ਐਥਿਕਸ ਹੌਲੀ ਹੌਲੀ ਰਹਿ ਜਾਣਗੇ। ਹਾਲਾਂਕਿ ਅੱਜ ਦੀ ਸੁਸਾਇਟੀ ਲੀਗਲ ਟਰਮਨੋਲੋਜੀ ਦਾ ਐਥਿਕਸ ਟਰਮਨੋਲੋਜੀ ਦੀ ਗੱਲ ਕਰ ਰਹੀ ਹੈ। ਕਈ ਵਾਰ ਤੁਸੀਂ ਲੀਗਲੀ ਰਾਈਟ ਵੀ ਹੋ ਰਹੇ ਹੋ, ਸਭ ਚੀਜ਼ਾਂ ਹੋ ਰਹੀਆਂ ਨੇ ਠੀਕ, ਮਗਰ ਐਥਿਕਸ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ। ਮਨੁੱਖੀ ਜ਼ਮੀਰ ਵੀ ਤਾਂ ਕੋਈ ਚੀਜ਼ ਹੈ, ਮਨੁੱਖੀ ਜ਼ਹਿਨੀਅਤ ਵੀ ਤਾਂ ਕੋਈ ਚੀਜ਼ ਹੈ। ਇਹ ਸਾਰੇ ਦੇ ਵਿੱਚ ਇਹ ਹੈ ਕਿ ਜੇ ਬੰਦੇ ਨੂੰ ਪਿਆਰ ਨਾਲ, ਮੁਹੱਬਤ ਨਾਲ, ਖਲੂਸ ਨਾਲ, ਸਪੋਜ਼ ਸਰਲ ਕਰਾਂ ਇਹਨੂੰ, ਪ੍ਰੀਤ ਪ੍ਰੀਤ ਗੁਰੀਆ ਮੋਹ ਨ ਲਾਲਨਾ। ਪਿਆਰ ਬੰਦੇ ਨੂੰ ਦੂਜੇ ਦਾ ਦਰਦ, ਦੂਜੇ ਦੀ ਵੇਦਨ, ਦੂਜੇ ਦੀ ਪੀੜਾ, ਦੂਜੇ ਨੂੰ ਆਪਣੇ ਬਰਾਬਰ ਸਮਝਣ ਦੀ ਜਾਚ ਸਿਖਾਉਂਦਾ। ਇੱਕ ਲਿਟਰੇਚਰ 'ਚ ਬਾਤ ਸੁਣਾਈ ਜਾਂਦੀ ਹੈ ਕਿ ਇੱਕ ਬੜਾ ਵੱਡਾ ਮੇਲਾ ਲੱਗਦਾ ਹੈ ਭਾਰਤੀ ਖਿੱਤੇ ਦੇ ਵਿੱਚ ਪਸ਼ੂਆਂ ਦਾ, ਅਤੇ ਉੱਥੇ ਇੱਕ ਸ਼ਖਸ ਬੜੇ ਕੁਛ ਦੁਰਾਡੇ ਪਿੰਡ ਤੋਂ ਉਹ ਆ ਗਿਆ, ਅਤੇ ਉਹਨੇ ਆ ਕੇ ਦੇਖਿਆ ਕਿ ਜਿਹੜਾ ਮੇਰਾ ਆਕਸਨ ਆ, ਬਲਦ ਆ, ਇਹ ਦੂਜਿਆਂ ਦੇ ਮੁਕਾਬਲੇ ਅਨਹੈਲਦੀ ਹੈ, ਇੰਨਾ ਤਗੜਾ ਨਹੀਂ ਹੈਗਾ। ਦੂਜਿਆਂ ਦੇ ਬਲਦ ਜਿਹੜੇ ਨੇ ਇਹ ਦੇ ਆਰ ਵੈਰੀ ਸਟਰੋਂਗ, ਦੇ ਆਰ ਵੈਰੀ ਹੈਲਦੀ ਕੰਪੈਰੇਟਿਵਲੀ। ਉਹ ਖੈਰ ਉਹਨੇ 2 4 10 15 ਦੇਖੇ ਇਸ ਤਰੀਕੇ ਨਾਲ। ਅਤੇ ਉੱਥੋਂ ਇੱਕ ਸੱਜਣ ਨੂੰ ਪੁੱਛਦਾ ਆ, ਕਹਿੰਦਾ ਵੀ ਇਹ ਕਿਵੇਂ ਹੋ ਗਿਆ? ਉਹ ਕਹਿੰਦਾ ਤੂੰ ਧਿਆਨ ਨਹੀਂ ਕੀਤਾ? ਕਹਿੰਦਾ ਧਿਆਨ ਕਿਵੇਂ? ਕਹਿੰਦਾ ਧਿਆਨ ਇਹ ਹੈਗਾ ਕਿ ਜਿਹੜੇ ਦੂਜੇ ਸਾਰੇ ਦੇ ਸਾਰੇ ਬਲਦ ਹੈਗੇ ਨੇ, ਜਾਂ ਜਿਹੜੇ ਆਕਸਨ ਜਿਹਨੂੰ ਕਹਿ ਲਓ, ਉਹ ਹੈਗੇ ਨੇ, ਜਿਹੜੇ ਉਹਨਾਂ ਦੇ ਹਾਰਨ ਹੁੰਦੇ, ਸਿੰਗ ਹੁੰਦੇ ਨੇ, ਉਹਦੇ ਉਹ ਕੱਟ ਕੇ ਅਸੀਂ ਬਿਲਕੁਲ ਛੋਟੇ ਛੋਟੇ ਕੀਤੇ ਨੇ, ਤੇਰੇ ਸਾਰੀ ਐਨਰਜੀ ਤੋਂ ਉੱਤੇ ਲੱਗ ਗਈ ਹੈ। ਉਹ ਕਹਿੰਦਾ ਹਾਂ ਇਹ ਹੈ, ਇਹ ਦੇਖਿਆ। ਅਤੇ ਕਹਿੰਦਾ ਫਿਰ ਕੀਤਾ ਕੀ ਜਾਏ? ਕਹਿੰਦਾ ਕਰਨਾ ਕੀ ਹੈ, ਜਿਹੜਾ ਹੈ ਇਹਨੂੰ ਤੂੰ ਕੱਟ ਦੇ। ਉਹ ਕਹਿੰਦਾ ਵੀ ਕੱਟਾਂਗਾ ਅਤੇ ਬੜਾ ਔਖਾ। ਕਹਿੰਦਾ ਫਿਰ ਇਹ ਸਿੰਪਲ ਜਿਹੀ ਚੀਜ਼ ਆ, ਕੋਈ ਜਿਹੜਾ ਆ ਕੋਈ ਭਾਰੀ ਚੀਜ਼ ਲੈ ਕੇ ਹਥੌੜਾ ਵਗੈਰਾ ਮਾਰ ਕੇ ਤੋੜ ਦੇ, ਅਤੇ ਜਿਹੜਾ ਤੇਲ ਆ ਬਹੁਤ ਸਾਰਾ ਗਰਮ ਉਬਲਦਾ ਹੋਇਆ ਉਹ ਪਾ ਦੇ ਉੱਤੇ, ਇਹਦੇ ਨਾਲ ਹਾਰਨ ਵੀ ਟੁੱਟ ਜਾਏਗਾ ਅਤੇ ਜਿਹੜਾ ਹੈ ਜ਼ਖਮ ਵੀ ਜਿਹੜਾ ਉਹ ਬਚ ਜਾਏਗਾ। ਅਤੇ ਉਹ ਕਹਿੰਦਾ ਵੀ ਕੋਈ ਇਹਦੇ ਨਾਲ ਦਰਦ ਤਾਂ ਨਹੀਂ ਹੋਏਗਾ, ਮਤਲਬ ਕੋਈ ਸਫਰਿੰਗ ਵਗੈਰਾ ਕੁਛ ਤਕਲੀਫ? ਉਹ ਕਹਿੰਦਾ ਨਹੀਂ ਐਸਾ ਕੁਛ ਨਹੀਂ, ਬਿਲਕੁਲ ਠੀਕ ਆ। ਉਸਨੇ ਉਸੇ ਤਰ੍ਹਾਂ ਕੀਤਾ, ਜਦੋਂ ਕੀਤਾ ਤਾਂ ਉਹ ਬੜਾ ਹੋਏ 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 ਬਲਦ, ਅਤੇ ਵਿਚਾਰਾ ਉਹ ਮਰ ਮਰ ਕੇ ਜਾਏ, ਬੁਰਾ ਹਾਲ ਉਹਦਾ। ਅਤੇ ਉਹ ਫਿਰ ਵਾਪਸ ਆਇਆ, ਅਤੇ ਵਾਪਸ ਆ ਕੇ ਕਹਿੰਦਾ ਉਹ ਤੂੰ ਕਿੰਨਾ ਝੂਠ ਬੋਲਦਾ, ਤੂੰ ਤਾਂ ਕਹਿੰਦੇ ਤਕਲੀਫ ਹੀ ਕੋਈ ਨਹੀਂ ਹੋਣੀ, ਮਤਲਬ ਕੋਈ ਕਿਸੇ ਕਿਸਮ ਦੇ ਨਾਲ ਪੀੜਾ ਹੀ ਨਹੀਂ ਹੋਣੀ। ਉਹ ਤਾਂ ਬਹੁਤ ਉਹ ਕਹਿੰਦਾ ਹਾਂ ਸੱਚ ਮੈਂ ਤੈਨੂੰ ਦੱਸਣਾ ਭੁੱਲ ਗਿਆ ਸੀਗਾ, ਪਰ ਜਦੋਂ ਤੇਲ ਪਾਉਣਾ ਬੜਾ ਧਿਆਨ ਨਾਲ ਪਾਉਣਾ, ਡੁੱਲ ਸਕਦਾ ਅਤੇ ਉਹਦੇ ਨਾਲ ਬੰਦਾ ਸੜ ਸਕਦਾ, ਸੋ ਤਕਲੀਫ ਹੋ ਸਕਦੀ ਹੈ। ਮਤਲਬ ਇਹ ਬੰਦੇ ਨੂੰ ਪਸ਼ੂ ਦੀ ਪੀੜ ਹੀ ਨਹੀਂ ਲੱਗਦੀ, ਉਹਨੂੰ ਸਿਰਫ ਮਨੁੱਖ ਦੀ ਪੀੜ ਲੱਗ ਰਹੀ ਹੈ। ਉਹਨੂੰ ਅਹਿਸਾਸ ਹੀ ਨਹੀਂ ਕਿਸੇ ਹੋਰ ਦਾ ਦੁੱਖ ਵੀ ਹੋ ਸਕਦਾ। ਪ੍ਰੀਤ ਕੀ ਹੈ? ਸਿਰਫ ਆਪਣਾ ਹੀ ਦਿਸ ਰਿਹਾ ਸਵਾਰਥ, ਲਾਲਚ, ਇਹ ਪ੍ਰੀਤ ਨਹੀਂ ਗੀ। ਪ੍ਰੀਤ ਹੈ ਬੰਦਾ ਕਿਸੇ ਦੂਸਰੇ ਨੂੰ ਉਸ ਦੀ ਜਗ੍ਹਾ ਤੇ ਖੜਾ ਹੋ ਕੇ ਦੇਖੇ। ਇਹ ਰੱਬ ਦਾ ਪਿਆਰ ਹੈ, ਇਹ ਰੱਬ ਦਾ ਸਨੇਹ। ਜਦੋਂ ਤੁਸੀਂ ਇਹੀ ਹੈ, ਕਹਿੰਦੇ ਨੇ ਵੀ ਵੈਨ ਐਕਚੁਅਲੀ ਲਵ come on a level where it touches the threshold, that time a person can enjoy, compassionate ਕਹਿੰਦੇ ਆ, compassionation, ਉਹਨੂੰ ਦਇਆ ਦਾ ਤਸੱਵੁਰ ਸਮਝ ਆਉਂਦਾ ਹੈ। ਅਦਰਵਾਈਜ਼ ਬੰਦਾ ਗੱਲਾਂ ਜ਼ਰੂਰ ਕਰਦਾ ਹੈ ਪਰ ਉਹਨੂੰ ਪਤਾ ਕੋਈ ਨਹੀਂ। ਇਹ ਪ੍ਰੀਤ ਗੁਰੀਆ ਇਹ ਹੈ, ਉਸ ਲੈਵਲ 'ਤੇ ਆ ਗਿਆ ਬੰਦਾ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ ਸੀਗਾ ਤੌਲ ਧਰਮ ਦਇਆ ਕਾ ਪੂਤ। ਧਰਮ ਪੈਦਾ ਹੋ ਜਾਂਦਾ ਜੀਵਨ ਵਿੱਚ, ਇੱਕ ਸੈਲਫ ਡਿਸਿਪਲਿਨਰੀ ਮੋਨੀਟਰਿੰਗ ਸਿਸਟਮ ਤੁਸੀਂ ਅਡਾਪਟ ਕਰ ਲੈਂਦੇ ਆਪਣੇ ਆਪ, ਤੁਹਾਨੂੰ ਲੋੜ ਨਹੀਂ। ਤੁਹਾਡਾ ਨਿਤਨੇਮ ਆਪੀ ਸਥਾਪਿਤ ਹੋ ਰਿਹਾ ਹੈ, ਤੁਹਾਡਾ ਸੁਚਮਤਾ ਆ ਰਹੀ ਹੈ ਜੀਵਨ ਦੇ ਹਰ ਪਹਿਲੂ ਦੇ ਵਿੱਚ, ਰਹਿਣ ਸਹਿਣ ਖਾਣ ਪੀਣ ਬੜਾ ਜਾਬਤਾਬੱਧ ਹੋ ਗਿਆ, ਵਿਦਾਊਟ ਐਨੀ ਐਫਰਟ। ਦੈਟ ਇਜ਼ ਧਰਮ। ਇਹ ਕਿਵੇਂ ਆ ਗਿਆ? ਤੌਲ ਧਰਮ ਦਇਆ ਕਾ ਪੂਤ। ਜਦੋਂ ਦਇਆ ਆ ਗਈ, ਜਦੋਂ ਕੰਪੈਸ਼ਨ ਇੰਜੋਏ ਕਰਨ ਦੀ ਜਾਚ ਆ ਗਈ, ਜਦੋਂ ਪ੍ਰੀਤ ਗੁਰੀਆ ਮੋਹਨ ਲਾਲਨਾ, ਇਹ ਬਾਤ ਬਣ ਗਈ। ਇਹ ਪੇਚ ਜਦੋਂ ਪਕੜਾ ਗਿਆ, ਇਹਦੀ ਬਾਤ ਗੁਰੂ ਬਾਬਾ ਜੀ ਕਰਦੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਦੋਂ ਇਸ ਲੈਵਲ 'ਤੇ ਬੰਦੇ ਦੀ ਸੁਰਤ ਉਸ ਚੀਜ਼ ਨੂੰ, ਰੰਗ ਨੂੰ ਮਾਣਦੀ,
जप मन गोबिंद एक है अवर नहीं को लेखा है। बाकी ये है बहुत सारिया चीज़ां जीवन यापन विच सुख खुशी चाह लैण वास्ते करता। धर्म के राह ते भी बंदा बड़ा कुछ करता है, रिचुअलिज्म है सारे किस्म का जो कुछ भी है। तो बाणी वार वार कहती है किसी लेखे चीज़ां नहीं हैगियां। लेखे च तो यह है कि जप मन गोबिंद एक है, तेरे मन दे विच गोबिंद का भय भाव आ जाए, तेनों उसका एहसास होए। जो असीं किसी नाल वरतते हाँ विहार करते हैं, जिवें सपोज इन्हां मुल्कां विच तुसीं देखदे हो, हालांकि डोमैसटिक इशूज आ जाते हैं इत्थे भी फैमिली च वायलेंस मिल जाती तुहानूं इहो जिहियां चीज़ां, बट कंपैरेटिवली जे तुसीं खास करके उस मबालिक विच देखदे हो जिथे एशियन खिता है, अफ्रीकन खिता है, साउथ एशियन खिता आ, उत्थे तो इंतहा आ। रीजन की है? रीजन इहो ही है कि इत्थे क्योंकि अथॉरिटीज़ का डर है, थोड़ा पता लगता है भी इत्थे मुश्किल बन जाएगी, तकलीफ होएगी, लीगल सिस्टम में इन्वॉल्व हो जाएंगे, दे आर गोना नॉट गोना जिहड़ा वो उन्होंने सानू छड़ना नहीं है। सो उस सारे दे विच फिर की है, बंदा उस सारी अलामत तो बचिया रहिंदा है। जदों बंदे दे मन दे विच रब दा पै होए, सारियां च रब दी जोत वेखे, बंदा ये सोचे कोई भी काम कार करने तो पहला आखिरकार अकाल पुरख वाहिगुरू तो सब विच बैठा वेख रहा ना, मना क्यों गलत सोच रहे, क्यों गलत करना है। सो साहब कहते जे वो बात मन में रहे, जप मन गोबिंद एक है अवर नहीं को लेखा दे मुकाबलतन कोई चीज़ हो रहा है नहीं। ये बेस्ट चीज़ है, बेस्ट एक्सरसाइज है। संत लाग मन है छाड़ दुविधा की गुरिया, संत लाग गुरु दे चरण फड़, गुरु दा राह फड़, मन है छाड़ दुविधा की कुरिया। दुविधा की कुरिया एक ऐसा पाथ जिहड़ा सानू दुचिती दे विच, सपोज करो ना बंदा दुविधा च आ, दुराहे ते खड़ा आ, तो दुराहे दे विच उस डुअलिटी दे विच खड़िया ही समा कड्ढी जांदा। साडे बहुतियां दे विच पुन्न पाप दोवें करने की क्षमता नहीं हैगी, चंगा ते माड़ा दोवां नूं अडॉप्ट करने की क्षमता नहीं हैगी, बस बंदा खड़ा ही है। तो जिहड़ा खड़ना भी एक तीसरा राह है, दुविधा विचों निकलदा है, जिहड़ा जीवन का जीवन लंघ जाता है। सोचते हैं की करिए की ना करिए, बतीत हो गया। जिहड़ियां चॉइसिस ना बना सकनियां, सही चॉइसिस, ये जीवन की एनर्जी नूं वेस्ट कर दिंदियां ने। सब कहंदे दुविधा की कुरिया, ये जिहड़ा कोझा राह आ, ਇਹਦੇ ਵਿੱਚੋਂ ਗੁਰੂ ਨੂੰ ਫੜ ਕੇ, ਗੁਰੂ ਦੇ ਚਰਨ ਫੜ ਕੇ, ਗੁਰੂ ਨਾਲ ਐਸੋਸੀਏਸ਼ਨ ਬਿਲਡ ਕਰਕੇ ਤੁਸੀਂ ਬਾਹਰ ਆ ਜਾਂਦੇ ਹੋ। ਤੁਸੀਂ ਇਹਦੇ ਚੋਂ ਬਾਹਰ ਆ ਕੇ ਪ੍ਰੀਤ ਪ੍ਰੀਤ ਗੁਰੀਆ, ਅਸਲ ਮਨੁੱਖੀ ਅਹਿਸਾਸ ਦੇ ਵਿੱਚ ਪਿਆਰ ਸਨੇਹ ਰੱਬ ਕਾਲ ਪੁਰਖ ਵਾਹਿਗੁਰੂ ਦਾ ਮਾਣਦੇ ਹੋ। ਇਹ ਰਹਾ ਉਹਦਾ ਬੰਦ ਸੀਗਾ। ਅੱਗੇ ਬਚਨ ਹੈ ਨਿਰਗੁਣ ਹਰੀਆ ਸਰਗੁਣ ਧਰੀਆ, ਅਨਿਕ ਕੁਠਰੀਆ ਪਿੰਨ 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 ਕਰੀਆ। ਇੱਕ ਇੱਕ ਲਫ਼ਜ਼ ਬੜਾ ਕਮਾਲ ਆ। ਨਿਰਗੁਣ ਹਰੀਆ, ਹਰੀ ਹੈ ਤੇ ਨਿਰਗੁਣ, सब विच रह के सब विच नहीं हैगा। सिंपल गल ये है, ਉਹਦੀ जोत जिवें एग्जाम्पल की जाती ना कि अकाल पुरख वाहिगुरू सर्वस्व ओमनी प्रेजेंट आ। इनू तुसीं एग्जाम्पल किवें करोगे? इस एग्जाम्पल ये की जाती कि जिवें सूरज दीयां किरणां ने धरती ते पसरदियां ने, चार चपेरे फुल्लां ते भी पैंदियां ने, मिट्टी ते भी पैंदियां ने, कूड़े के ढेरां ते भी पैंदियां ने। ना वो कूड़े के ढेरां ते पै के कूड़े वर्गियां हो जांदियां ने, ना फुल्लां ते पै के फुल्लां वर्गियां हो जांदियां ने, ना मिट्टी ते पै के मिट्टी। उन्हां दा बिल्कुल निर्लेप, उहदी जोत शक्ति इसे तरह ही है। ये निर्गुण रूप है। वो सब कासे नूं जीवन दहिंद है, सब कासे दे विच रह रहा है, पर निर्लेप है, निर्गुण हरिया। फिर क्या सरगुण धरिया, फिर जिस निर्गुण की शक्ति नाल जो कुछ हो रहा वापर रहा है, जो कुछ संसार जिया जंत कर रहा है, ये भी फिर वह एक अपना नैक्सट फेस है। ये सरगुण धरिया, उन्हें सरगुण रूप बना लिया अपना। इतों फिर ये मायना लैके चलीए जिवें जीवन आ, तो जीवन दे विच बंदा रब समझ के रब की आस्था करता होया सब नाल सांझ रखे, प्यार रखे, स्नेह रखे, तो बदले दे विच उन्होंने नफरत मिले, ईर्खा मिले, द्वैख मिले, साड़ा मिले, वैर मिले, फिर बंदा सवा छड़ जाता। बंदा कहता की फायदा आ। गुरमत गुरबाणी ये सिखाउंदी है, ये भी एक सरगुण स्वरूप आ। जे क्या जाए रब सब विच वसता आ, ठीक है, सब विच वसता तो हैगा आ, तो बंदा कई बार कह सकता आ अच्छा सब विच वसदा है, मच्छर भी रब ने बनाया है, सप भी, बिच्छू भी, कमाल हो गई। जो भी रब वसदा, फिर इवन सम टाइम पीपल आस्क लिटरली दीज काइंड ऑफ क्वेश्चंस। I wasn't said, someone was asking, okay, so you are saying
each and every individual is carrying that divine light, jyot. So Hitler was also carrying same jyot. How about Aurangzeb? Was he carrying the same light? Tell me. ਹੁਣ ਮੈਂ ਤਾਂ ਸੋਚਦਾ ਵੀ ਰੱਬ ਦੀ ਜੋਤ ਹੈ ਸਾਰਿਆਂ 'ਚ, ਹਿਟਲਰ 'ਚ ਵੀ ਵਸਦੀ, ਦੱਸ ਮੈਨੂੰ, ਔਰੰਗਜ਼ੇਬ ਵਿੱਚ ਵੀ ਵਸਦੀ ਸੀ, ਦੱਸੋ। ਫਿਰ ਬੰਦਾ ਕਹੇਗਾ ਇੱਥੇ ਕੀ ਬਾਤ ਹੋਈ। ਦੇਖੋ ਇਹਦੇ 'ਚ ਇਹਨੂੰ ਸਰਲ ਕਰਦਾ ਮੈਂ, ਮਾਫੀ ਮੰਗਾ, ਥੋੜ੍ਹਾ ਕਈ ਵਾਰੀ ਮੁਸ਼ਕਲ ਹੋ ਜਾਂਦੀ ਬਾਤ ਉਸ ਤਰੀਕੇ ਸਮਝ ਨਹੀਂ, ਪਰ ਸਰਲ ਕਰਦਾ। ਤੁਸੀਂ ਕਦੀ ਬੱਚਿਆਂ ਦੇ ਸ਼ੋਅਜ਼ ਦੇਖੋ, ਜਿਵੇਂ ਬੱਚਿਆਂ ਦੀਆਂ ਮੂਵੀਜ਼, ਬੱਚਿਆਂ ਦੇ ਕਾਰਟੂਨ ਸ਼ੋਅਜ਼, ਜਦੋਂ ਇੱਕ ਸਰਟਨ ਲੈਵਲ 'ਤੇ, ਖਾਸ ਕਰਕੇ ਜਦੋਂ ਟੀਨ ਏਜ ਨੂੰ ਜਦੋਂ ਉਹ ਕੇਟਰ ਕਰਦੇ ਨੇ ਸਿਨੇਮੇ ਵਾਲੇ, ਮੀਡੀਆ ਵਾਲੇ, ਉਸ ਤਰੀਕੇ ਨਾਲ, ਉਹਦੇ 'ਚੋਂ ਕੋਈ ਲੈ ਲਓ ਤੁਸੀਂ, ਸਪਾਈਡਰਮੈਨ ਲੈ ਲਓ, ਇੱਕ ਕਰੈਕਟਰ ਬਿਲਕੁਲ ਜਿਹੜਾ ਹੈਗਾ ਬੈਡ ਆ, ਇੱਕ ਬਿਲਕੁਲ ਗੁੱਡ ਆ। ਬੈਡ ਐਂਡ ਗੁੱਡ ਦੇ ਵਿੱਚ ਲੜਾਈ ਹੁੰਦੀ ਹੈ, ਅਖੀਰ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਗੁੱਡ ਕਰੈਕਟਰ ਹੈ, ਵੈਲਿਊਫੁਲ ਕਰੈਕਟਰ ਹੈ, ਉਹ ਵਿਨਰ ਹੁੰਦਾ ਹੈ, ਬੈਡ ਕਰੈਕਟਰ ਜਿਹੜਾ ਹੈਗਾ ਉਹ ਹਾਰ ਜਾਂਦਾ। ਲਾਈਫ ਵਿੱਚ ਐਵੇਂ ਨਹੀਂ ਹੁੰਦਾ। ਲਾਈਫ ਦੇ ਵਿੱਚ ਬੈਡ ਐਂਡ ਗੁੱਡ ਦਾ ਮਿਕਸਚਰ ਹੈ। ਇੱਕ ਬੰਦਾ ਇੱਕ ਜਗ੍ਹਾ 'ਤੇ ਬਿਲਕੁਲ ਠੀਕ ਹੋ ਸਕਦਾ, ਦੂਜੀ ਜਗ੍ਹਾ 'ਤੇ ਬਿਲਕੁਲ ਮਾੜਾ ਹੋ ਸਕਦਾ, ਤਾਂ ਤੁਸੀਂ ਜੱਜ ਨਹੀਂ ਕਰ ਸਕਦੇ। ਜੇ ਜੱਜ ਕਰੋਗੇ ਫਿਰ ਸੰਸਾਰ 'ਚ ਨਹੀਂ ਰਹਿ ਸਕੋਗੇ। ਇੱਥੋਂ ਹੀ ਜੋਗੀ ਪੈਦਾ, ਰਿਨਾਊਂਸ, ਦੇ ਵਰ ਰਿਨਾਊਂਸਿੰਗ ਦਿਸ ਵਰਲਡ, ਛੱਡੋ ਪਰਾਂ। ਤੁਸੀਂ ਗੁਰਮਤਿ ਸਕੂਲ ਨੂੰ ਦੇਖੋ ਧਿਆਨ ਦੇ ਨਾਲ। ਔਰੰਗਜ਼ੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਅਟੈਕ ਕਰਦੇ ਨੇ ਉਹਦੇ ਬੰਦੇ, ਫੌਜਾਂ ਚੜ੍ਹ ਕੇ ਆਉਂਦੀਆਂ ਨੇ, ਮਹੀਨਿਆਂ ਦੇ ਮਹੀਨੇ ਘੇਰਾ ਪਾਉਂਦੇ ਨੇ। ਅਖੀਰ ਗੁਰੂ ਸਾਹਿਬ ਦੇ ਜਾਨੋਂ ਪਿਆਰੇ ਸਿੱਖ ਸਾਹਿਬਜ਼ਾਦੇ ਪੁੱਤ ਸ਼ਹਾਦਤਾਂ ਪਾਉਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਨਾਲ ਖਤਮੋ ਖਤ ਕਰਦੇ ਨੇ, ਚਿੱਠੀ ਪਾਉਂਦੇ ਨੇ। ਜਫਰਨਾਮਾ ਪੜ੍ਹ ਕੇ ਦੇਖ ਲਓ। ਗੁਰੂ ਸਾਹਿਬ ਨੂੰ ਕੋਈ ਉਹਦੇ ਨਾਲ ਗੱਲਬਾਤ ਕਰਨ ਦੇ ਵਿੱਚ ਉਹਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਿਉਂਕਿ ਰੀਜ਼ਨ ਇਹ ਹੈਗਾ ਕਿ ਇਹ ਜਿਹੜਾ ਬੰਦਾ ਆ, ਇਹਨੂੰ ਖੁਦ ਨੂੰ ਡਿਸਟਿੰਗੁਇਸ਼ ਨਹੀਂ ਕਰਨਾ ਆ ਰਿਹਾ। ਬੈਡ ਤੇ ਗੁੱਡ ਕੀ ਹੈ? ਬੰਦਾ ਖੁਦ ਕਈ ਵਾਰੀ ਵਿਕਟਿਮ ਹੈ ਬੈਡ ਦਾ। ਉਹ ਆਪਣੇ ਅੰਦਰੋਂ ਚੰਗਿਆਈ ਨਹੀਂ ਵੇਖ ਪਾ ਰਿਹਾ, ਤੂੰ ਕਿਸੇ ਨਾਲ ਚੰਗਾ ਕੀ ਵਰਤੇਗਾ? ਇਸ ਲਈ ਕਈ ਵਾਰੀ ਕਿਹਾ ਜਾਂਦਾ ਹੈਗਾ, ਪਾਪ ਤੋਂ ਡਰੋ, ਪਾਪੀ ਤੋਂ ਨਹੀਂ। ਪਾਪ ਤੋਂ ਨਫ਼ਰਤ ਕਰੋ, ਪਾਪੀ ਤੋਂ ਨਫ਼ਰਤ ਨਹੀਂ। ਮੈਨੂੰ ਹੋਰ ਸਿੰਪਲ ਕਰਦਾ ਆ। ਬੱਚਾ ਤੁਹਾਡੇ ਨਾਲ ਲੜਦਾ ਆ, ਗਲਤ ਕੰਮ ਕਰਦਾ ਹੈ, ਕੁਛ ਉਹਦਾ ਬਿਹੇਵੀਅਰ ਠੀਕ ਨਹੀਂ ਗਾ, ਤੁਸੀਂ ਉਹਨੂੰ ਕਹਿੰਦੇ ਹੋ ਆਈ ਡੋਂਟ ਲਾਈਕ ਯੂ, ਯੂ ਆਰ the worst person of my family. I wish you haven't born in this family at all. That's wrong. ਬਲਕਿ ਉਹਨੂੰ ਇੰਪਾਵਰਮੈਂਟ ਦਿਓ, ਉਹਦੀ ਬਾਂਹ ਫੜੋ, ਉਹਨੂੰ ਬਿਠਾਓ, ਉਹਨੂੰ ਕਹੋ ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਦਾ। ਬਟ ਅਨਫੋਰਚੂਨੇਟਲੀ ਤੂੰ ਜਿਹੜਾ ਸਭ ਤੋਂ ਵੱਡਾ ਐਨਮੀ ਹੈ ਨਾ ਤੇਰਾ ਤੇ ਸਾਡਾ, ਸਾਰਿਆਂ ਦਾ, ਸਾਡੀ ਫੈਮਿਲੀ ਦਾ, ਉਹਨੂੰ ਤੂੰ ਵੀ ਨਹੀਂ ਦੇਖ ਪਾ ਰਿਹਾ। That enemy is your behavior. You are totally really good, really nice individual, but somehow some bad habits are overlapping on you and you are allowing them. Please allow us to help you to come out of those bad habits. ਇੱਥੇ ਜਾ ਕੇ ਤੁਸੀਂ ਮਾੜੇ ਤੋਂ ਮਾੜੇ ਵਿੱਚ ਵੀ ਰੱਬ ਦੀ ਜੋਤ ਵੇਖਦੇ ਹੋ ਤੇ ਉਹਦੀ ਮਦਦ ਕਰਦੇ ਹੋ। ਇਹ ਐਕਚੁਅਲੀ ਸਿੱਖੀ, ਇਹ ਸਰਗੁਣ ਰੂਪ ਹੈ ਨਾ ਸਾਰਾ। ਭਾਵੇਂ ਉਹ ਮੱਛਰ ਹੈ, ਭਾਵੇਂ ਸੱਪ ਹੈ, ਭਾਵੇਂ ਉਹ ਠੂੰਹ ਹੈ ਤੇ ਭਾਵੇਂ ਹਿਟਲਰ ਹੈ, ਸਭ ਵਿੱਚ ਉਹੀ ਵਸ ਰਿਹਾ। ਪਰ ਉਹ ਅਹਿਸਾਸ ਨਹੀਂ ਕਰ ਪਾ ਰਿਹਾ। ਇਹੀ ਤੇ ਸਾਡਾ ਕਾਰਜ ਹੈ। ਅਦਰਵਾਈਜ਼ ਸੰਸਾਰ ਕਾਹਦਾ ਆ? ਸੰਸਾਰ ਤੇ ਨਿਰਗੁਣ ਚੋਂ ਆਇਆ, ਨਿਰਗੁਣ ਚ ਸਮਾ ਜਾਣਾ ਹੈ। ਇਹ ਖੇਡ ਹੀ ਉਹਨੇ ਬਣਾਈ ਹੈ। ਇਹ ਸਮਝ ਆ ਜਾਏ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ ਨਿਰਗੁਣ ਹਰੀਆ ਸਰਗੁਣ ਧਰੀਆ। ਉਹ ਹਰੀ ਆਪ ਤੇ ਨਿਰਗੁਣ ਹੈ, ਪਰ ਉਹਨੇ ਸਰਗੁਣ ਰੂਪ ਧਾਰਤਾ, ਇਸ ਰੂਪ ਵਿੱਚ ਬਣਾ ਲਿਆ। ਫਿਰ ਕਿਹਾ ਅਨਿਕ ਕੋਠਰੀਆ। ਆ ਸਾਰੇ ਕੋਠੇ ਹੀ ਨੇ ਜਿਹੜੇ
ਮਨੁੱਖੀ ਸਰੀਰਾਂ ਦੀ ਗੱਲ ਕਰ ਲਓ, ਸਭ ਕੋਠੇ ਬਣਾਏ ਉਹਨਾਂ ਨੇ ਵੱਖਰੇ ਵੱਖਰੇ, ਹਰ ਇੱਕ ਕੋਠੀ ਆਪੋ ਆਪਣਾ ਕੁਛ ਕੈਰੀ ਕਰਕੇ ਤੁਰੀ ਫਿਰਦੀ ਹੈ, ਜਿਹਨੂੰ ਔਰਾ ਕਹਿੰਦੇ ਨੇ ਅੱਜ ਕੱਲ੍ਹ। ਅਸੀਂ ਸਾਰੇ ਬੰਦਾ ਜਸਟ ਇੱਕ ਹੱਡ ਮਾਸ ਦਾ ਕਲਬੂਤ ਨਹੀਂ ਹੈਗਾ, ਇੱਕ ਪੂਰੀ ਦੁਨੀਆ ਆ ਬੰਦਾ ਆਪਣੇ ਆਪ ਦੇ ਵਿੱਚ। ਕਿੰਨਾ ਕੁਝ ਨਾਲ ਲਈ ਫਿਰਦਾ ਆ, ਕਿੰਨੀਆਂ ਉਹਦੇ ਕੋਲ ਮੈਮਰੀਜ਼ ਨੇ, ਕਿੰਨੀ ਇਮੈਜੀਨੇਸ਼ਨ ਆ, ਕਿੰਨਾ ਕੁਝ ਉਹ ਆਪਣੇ ਨਾਲ ਕੈਰੀ ਕਰੀ ਫਿਰਦਾ। ਕੋਠੜੀ ਹੈ ਪੂਰੀ ਦੀ ਪੂਰੀ। ਜਿੰਨੀ ਦੇਰ ਤੱਕ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਉਹਦੇ 'ਚ ਜਾਂਦੇ ਨਹੀਂ, ਵੇਖਦੇ ਨਹੀਂ, ਤੁਹਾਨੂੰ ਕੋਈ ਪਤਾ ਨਹੀਂ ਉਹਦੇ 'ਚ ਕੀ ਪਿਆ ਹੈਗਾ। ਫਿਰ ਕਿਹਾ ਕੋਠੜੀਆਂ ਕਹਿੰਦੇ ਨੇ ਭਿੰਨ 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 ਕਰੀਆ, ਡਾਇਵਰਸਿਟੀ। ਜਿਹੜਾ ਡਾਈਵਰਸਡ ਰੰਗ ਆ, ਅਸੀਂ ਕਈ ਵਾਰੀ ਮਾਫੀ ਮੰਗਾਂਗਾ, ਤੁਹਾਨੂੰ ਕੋਈ ਬੰਦਾ ਮਿਲਿਆ, ਉਹਨੇ ਤੁਹਾਡੀ ਕੋਈ ਐਡਵਾਂਟੇਜ ਲੈਣ ਦੀ ਟਰਾਈ ਕੀਤੀ ਜਾਂ ਤੁਹਾਨੂੰ ਕੁਛ ਦਿਲ ਖਰਾਸ਼ੀ ਕੀਤੀ ਜਾਂ ਕੁਛ ਕੀਤਾ, ਤੁਸੀਂ ਇੱਕ ਓਪੀਨੀਅਨ ਬਣਾ ਲਿਆ, ਐਵਰੀ ਇੰਡੀਵਿਜੂਅਲ ਸੇਮ, ਮਾਰੇ ਗਏ। ਤੁਹਾਨੂੰ ਕੋਈ ਪਤਾ ਨਹੀਂ ਕਿਸ ਕੋਠੜੀ 'ਚ ਕੀ ਪਿਆ ਹੈਗਾ। ਬੰਦਾ ਪ੍ਰੀਤ ਦੀ ਤੰਦ ਤਾਂ ਹੀ ਨਹੀਂ ਪਾ ਪਾਉਂਦਾ। We feel so much vulnerable when we have any opportunity to make any interaction with someone. ਸਾਨੂੰ ਲੱਗਦਾ ਨਹੀਂ 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 ਇਹ ਵੀ ਇਹਦਾ ਲਾਲਚ ਹੋਣਾ, ਕੋਈ ਨਾ ਕੋਈ ਹੁੰਦੇ ਨੇ ਕਈ ਵਾਰ, ਇਹ 'ਚ ਕੋਈ ਸ਼ੱਕ ਨਹੀਂ ਗਾ, ਪਰ ਸਭ ਥਾਵਾਂ ਤੇ ਨਹੀਂ ਹੋ ਸਕਦਾ। ਇਹਦੇ ਲਈ ਬੰਦੇ ਨੂੰ ਸੈਂਸਿਟਿਵ ਹੋਣ ਦੀ ਲੋੜ ਆ, ਪਰ ਨਾਲ ਦੀ ਨਾਲ ਇੱਕ ਵਿਸ਼ਵਾਸ, ਇੱਕ ਉਸ ਰੰਗ ਦੇ ਵਿੱਚ ਵੀ ਜਾਣ ਦੀ ਲੋੜ ਆ। ਫਿਰ ਕਹਿੰਦੇ ਨੇ ਜੋ ਬੀਜੋਗੇ ਉਹ ਇਵੋਲਵ ਹੋਏਗਾ, ਉਹ ਆਏਗਾ ਬਾਹਰ। ਭਾਵ ਉਗਦਾ ਬੰਦੇ ਦਾ, ਜਿਹੋ ਜਿਹਾ ਭਾਵ ਹੈ ਅੰਦਰ, ਉਹੋ ਜਿਹੀਆਂ ਚੀਜ਼ਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਗੁਰੂ ਬਾਬਾ ਜੀ ਕਹਿੰਦੇ ਉਹਨੇ ਭਿੰਨਤਾ ਬਣਾਈ ਹੈ, ਵਿੱਚ ਮਨ ਕੋਟਵਰੀਆ। ਕਮਾਲ ਹੈ, ਐਸੀ ਕੋਤਵਾਲੀ ਬਣਾਈ ਹੈ ਮਨ ਦੀ। ਮਨ ਕਟਕਰਾ, ਇੱਕ ਪੂਰੇ ਦਾ ਪੂਰਾ ਕੋਟ ਬਣਾਇਆ ਹੈ। ਬੰਦਾ ਉਹਦੇ 'ਚ ਖੜਾ ਹੋ ਕੇ ਸਭ ਕਾਸੇ ਦੀ ਜੱਜ ਕਰਦਾ ਹੈ, ਸਭ ਕਾਸੇ ਨੂੰ ਉਹਦੇ ਅੰਦਰ ਜਿਹੜਾ ਉਹਦੀ ਪਾਂਟ ਛਾਂਟ ਕਰਦਾ ਹੈਗਾ। ਅਸੀਂ ਆਪਣੇ ਅੰਦਰ ਇੱਕ ਕੋਤਵਾਲੀ ਬਣਾਈ, ਉਹਦੇ 'ਚ ਸਭ ਅਸੀਂ ਜੱਜ ਕਰਦੇ ਹਾਂ, ਸਭ ਚੀਜ਼ਾਂ ਚੱਲੀ ਜਾਂਦੀਆਂ। ਅਤੇ ਕਰਦਿਆਂ ਹੋਇਆਂ ਮੋਸਟਲੀ ਬੰਦੇ ਦੇ ਅੰਦਰ ਜਿਹੜੀ ਉਹ ਜਜਮੈਂਟਲ ਬਿਰਤੀ ਹੈ, ਉਹਨੂੰ ਕਿਤੇ ਵੀ ਨਾ ਸਨੇਹ ਦੇਣ ਦਿੰਦੀ ਹੈ, ਨਾ ਸਨੇਹ ਮਾਨਣ ਦਿੰਦੀ ਹੈ। ਬੰਦਾ ਆਪਣੇ ਆਪ ਨੂੰ ਬੜਾ ਸਿਆਣਾ, ਬੜਾ ਚਲਾਕ ਸਮਝੀ ਤੁਰਿਆ ਲੱਗਾ ਜਾਂਦਾ। ਇਹ ਜਿਹੜਾ ਬਚਨ ਹੈ ਨਾ, ਵਿੱਚ ਮਨ ਕੋਟਵਰੀਆ, ਐਗਜ਼ਾਮਪਲ ਕਰ ਦੇਣਾ ਨਾਲ ਛੋਟੀ ਜੀ, ਕਿਉਂਕਿ ਸ਼ਬਦ ਸਪਿਰਿਚੁਅਲ ਫਿਲਾਸਫੀਕਲ ਸਾਈਡ ਤੋਂ ਬਹੁਤ ਰਿਚ ਸ਼ਬਦ ਨੇ। ਇੱਕ ਐਗਜ਼ਾਮਪਲ ਕਰਦਾ ਹਾਂ। ਕਹਿੰਦੇ ਨੇ ਕਿ ਇੱਕ ਵਾਰੀ ਕੋਈ ਗਵਈਆਂ ਦੀ ਟੋਲੀ ਸੀਗੀ, ਅਤੇ ਉਹ ਪੰਜਾਬ ਦੇ ਇੱਕ ਛੋਟੀ ਜਿਹੀ ਰਿਆਸਤ, ਉਸ ਰਿਆਸਤ ਦੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਉੱਥੇ ਕਿਤੇ ਆਈ, ਅਤੇ ਉਹਨੇ ਇੱਕ ਦੋ ਵਾਰੀ ਕੁਛ ਮੰਡਲੀ ਲਾਈ, ਉਸ ਤਰੀਕੇ ਨਾਲ ਗਾਇਆ। ਅਤੇ ਉਹ ਜਿਹੜਾ ਰਿਆਸਤ ਦਾ ਮਾਲਕ ਰਾਜਾ ਸੀ, ਉਹਨੂੰ ਪਤਾ ਲੱਗਾ, ਉਹ ਬੜਾ ਸ਼ੌਕੀਨ, ਉਹਨੇ ਆਪਣਾ ਘਰਾਨਾ ਚਲਾਇਆ ਆਪਣਾ ਗਵਈਆਂ ਦਾ, ਉਹ ਅੱਜ ਵੀ ਘਰਾਨਾ ਮਸ਼ਹੂਰ ਹੈ ਗਵਈਆਂ ਦਾ। ਉਸਨੇ ਉਹ ਬੁਲਾ ਕੇ ਕਹਿੰਦਾ ਵੀ ਤੁਹਾਡੇ ਬਾਰੇ ਸੁਣਿਆ, ਪਤਾ ਲੱਗਾ ਤੁਸੀਂ ਗਾਉਂਦੇ ਬੜਾ ਆਉਂਦਾ ਉਹ ਕਲਾਸੀਕਲ, ਅਤੇ ਮੈਂ ਤਾਂ ਸ਼ੌਕੀਨ ਬੜਾ, ਮਤਲਬ ਗਾਇਕੀ ਦਾ, ਇਸ ਸਾਰੇ ਦਾ। ਅਤੇ ਕੰਮ ਕਰੋ, ਤੁਸੀਂ ਜਿਹੜਾ ਆ ਮਤਲਬ ਥੋੜ੍ਹਾ ਸੁਣਾਓ, ਫਨ ਵਿਖਾਓ, ਆਪਣੇ ਫਨ ਦਾ ਮੁਜ਼ਾਹਰਾ ਕਰੋ। ਅਤੇ ਉਹ ਕਹਿੰਦੇ ਵੀ ਗੱਲ ਇਹ ਹੈ ਰਾਜਾ ਸਾਹਿਬ, ਤੁਹਾਡਾ ਹੁਕਮ ਸਿਰ ਮੱਥੇ, ਪਰ ਤੁਹਾਨੂੰ ਅਸੀਂ ਆਪਣੇ ਵੱਲੋਂ ਦੱਸਦੇ ਹਾਂ, ਸਾਡੇ ਗਾਣ ਦਾ ਇੱਕ ਖਾਸ ਤਰੀਕਾ ਆ। ਉਹ ਕਹਿੰਦਾ ਕੀ ਤਰੀਕਾ? ਇਹਦਾ ਤਰੀਕਾ ਇਹ ਹੈ ਕਿ ਅਸੀਂ ਆਪਣੇ ਮਨ ਮਰਜ਼ੀ ਦੀ ਮਹਿਫਲ ਚਾਹੁੰਦੇ ਹਾਂ, ਉਹਦੇ 'ਚ ਗਾਉਂਦੇ ਹਾਂ। ਉਹ ਕਹਿੰਦਾ ਉਵੇਂ ਦੀ ਬਣਾ ਦਿੰਦੇ ਅੱਜ ਕਿਹੜੀ? ਕਹਿੰਦੇ ਨਹੀਂ ਬਣਨੀ ਨਹੀਂ ਤੁਹਾਡੇ ਤੋਂ। ਕਹਿੰਦੇ ਕਿਉਂ? ਕਹਿੰਦੇ ਰੀਜ਼ਨ ਇਹ ਹੈ, ਸਾਨੂੰ ਬਿਲਕੁਲ ਐਵੇਂ ਦੀ ਮਹਿਫਲ ਚਾਹੀਦੀ, ਅਸੀਂ ਗਾਈਏ ਬਿਲਕੁਲ ਪਿਨ ਡਰੋਪ ਸਾਇਲੈਂਸ ਹੋਏ। ਉਹ ਕਹਿੰਦਾ ਮਿਲ ਜਾਏਗੀ, ਕਿਹੜੀ ਗੱਲ, ਆਪਾਂ ਰੋਜ਼ ਰੇਂਜ ਕਰਦੇ ਨੇ, ਅੱਜ ਵੀ ਕਰ ਦਿਆਂਗੇ। ਕਹਿੰਦੇ ਇਕੱਲਾ ਹੀ ਨਹੀਂ, ਕੋਈ ਉਹਦੇ 'ਚ ਝੂਮੇ ਨਾ, ਹਿੱਲੇ ਨਾ, ਵਾਹ ਵਾਹ, ਕੋਈ ਆਵਾਜ਼, ਬਿਲਕੁਲ ਸਾਹ ਦੀ ਆਵਾਜ਼ ਵੀ ਨਹੀਂ ਹੋਣੀ ਚਾਹੀਦੀ। ਉਹ ਕਹਿੰਦਾ ਐਗਜ਼ੈਕਟਲੀ ਐਵੇਂ ਹੋ ਜਾਏਗਾ, ਰਾਜਾ ਆ, ਇਹ 'ਚ ਕਿਹੜੀ ਗੱਲ ਹੈ। ਉਹਨੇ ਬੁਲਾ ਲਏ ਜਿਹੜੇ ਉਹਦੇ ਰੋਜ਼ ਦੇ ਨਾਲ ਗਾਇਕ ਵਗੈਰਾ ਸੁਣਨ ਵਾਲੇ ਨੇ, ਵਜ਼ੀਰ ਸ਼ਮੀਰ, ਉਹ ਵੀ ਬੁਲਾ ਲਏ। ਸਾਰਿਆਂ ਨੂੰ ਹੁਕਮ ਦੇ ਦਿੱਤਾ, ਜੇ ਕਿਸੇ ਨੇ ਸਿਰ ਵੀ ਹਿਲਾਇਆ, ਆਵਾਜ਼ ਕੀਤੀ, ਕੁਝ ਕੀਤੀ ਨਾ, ਜਾਨ ਕੱਢ ਦਿਆਂਗਾ, ਫਾਇਲ ਲਾ ਦਿਆਂਗਾ। ਸਾਰੇ ਬਿਲਕੁਲ ਐਨ ਸਾਵਧਾਨ ਹੋ ਕੇ ਬਹਿ ਗਏ। ਉਹਨਾਂ ਗਾਉਣਾ ਸ਼ੁਰੂ ਕੀਤਾ। ਜੇ ਉਹਨੇ ਪਹਿਲਾ ਆਲਾਪ ਨਹੀਂ ਲਾਇਆ, ਤੇ ਜਿਹੜਾ ਉਹਦਾ ਸਭ ਤੋਂ ਨੇੜਲਾ ਵਜ਼ੀਰ ਅੱਗੇ ਬੈਠਾ, ਉਸੇ ਵਕਤ ਹੋਇਆ ਇਸ ਤਰੀਕੇ ਨਾਲ ਤੌਣਾ ਲਾ, ਕਹਿੰਦਾ ਆਹ ਕਿਆ ਬਾਤ, ਵਾਹ ਵਾਹ ਵਾਹ,
ਉਹ ਇੱਕਦਮ ਸਾਰੇ ਸੰਦਬਧ ਹੋ ਗਏ। ਰਾਜਾ ਵੀ ਇੱਕਦਮ ਕਹਿੰਦਾ ਹੱਦ ਹੋ ਗਈ, ਤੈਨੂੰ ਇੱਥੇ ਹੁਕਮ ਦਿੱਤਾ ਸੀ, ਕਿਸੇ ਨੇ ਲੜਨਾ ਨਹੀਂਗਾ। ਉਹ ਕਹਿੰਦਾ ਖੜਾ ਕਰੋ ਇਹਨੂੰ, ਲੈ ਜਾਓ ਇੱਥੋਂ। ਉਹ ਕਹਿੰਦਾ ਨਹੀਂ ਰਾਜਾ, ਗੋਈਏ ਕਹਿੰਦੇ ਨਹੀਂ ਨਹੀਂ, ਤੂੰ ਤੇ ਤੇਰੀ ਸਾਰੀ ਮੰਡਲੀ ਜਾਓ ਇੱਥੋਂ। ਉਹ ਕਹਿੰਦਾ ਕੀ ਮਤਲਬ? ਕਹਿੰਦਾ ਇਹਦੇ ਵਾਸਤੇ ਗਾਵਾਂਗੇ ਬਸ, ਤੁਹਾਡੇ ਵਾਸਤੇ ਨਹੀਂ। ਕਹਿੰਦਾ ਹਕੀਕਤ ਇਹ ਹੈ ਤੁਸੀਂ ਆਪਣੇ ਆਪ ਨੂੰ ਅਲਾਓ ਹੀ ਨਹੀਂ ਕੀਤਾ ਇਸ ਸੰਗੀਤ ਦੀ ਧਾਰਾ, ਇਸ ਫਲੋ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਸਮਰਪਿਤ ਹੀ ਨਹੀਂ ਕੀਤਾ। ਦੇਖੋ ਸੰਸਾਰ ਆ, ਵਨਰੇਬਿਲਿਟੀ ਤੇ ਹੈ ਇੱਥੇ, ਪਰ ਕਿਤੇ ਤੇ ਅਲਾਓ ਕਰੋਗੇ ਨਾ ਆਪਣੇ ਆਪ ਨੂੰ, ਉਸ ਫਲੋ ਦੇ ਹਵਾਲੇ ਕਰੋਗੇ। ਅਦਰਵਾਈਜ਼ ਇੰਨੇ ਜ਼ਿਆਦਾ ਰਿਜਿਡ ਹੋ ਕੇ ਕਿਵੇਂ ਜੀਓਗੇ? ਇਹ ਹੈ ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਵਿੱਚ ਮਨ ਕੋਟ ਵਰੀਆ, ਮਨ ਕੋਤ ਵਾਲੀ ਕੋਟ ਲਾ ਕੇ ਬੈਠਾ, ਨੋ ਨੋ ਨੋ, ਬਿਲਕੁਲ ਜੱਜ ਬਣ ਕੇ। ਉਹ ਫਿਰ ਸਾਨੂੰ ਬਹੁਤ ਤੰਗ ਕਰਦਾ ਹੈ। ਅਗਲਾ ਬਚਨ ਲਿਖਿਆ, ਕੱਲਾ ਇਹੀ ਨਹੀਂ, ਨਿਜ ਮੰਦਰ ਪ੍ਰਿਆ। ਜੇ ਕਿ ਤੁਸੀਂ ਹੋਰ ਉਸ ਮਨ ਦੀ ਦੁਨੀਆ ਦੇ ਵਲਵਲਿਆਂ ਤੋਂ ਬਾਹਰ ਨਿਕਲ ਕੇ ਕਿਤੇ ਰੂਹ ਵਾਲੇ ਪਾਸੇ ਉਤਰ ਜਾਈਏ, ਰੂਹ ਅੰਦਰ, ਉਹ ਮੰਦਰ ਉਹਦਾ ਆਪਣਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਉਹ ਆਪ ਬੈਠਾ ਹੈ। ਬੰਦੇ ਨੂੰ ਅੰਦਰ ਹੀ ਆਪ ਦੇ ਸਾਵੇਗਾ, ਹੋਰ ਮੰਦਰ 'ਚ ਉਹ ਬੈਠਾ ਹੈਗਾ। ਕਿਆ? ਨਿਜ ਮੰਦਰ ਪ੍ਰਿਆ ਤਾਂ ਆਨੰਦ ਕਰੀਆ। ਸਾਨੂੰ ਬਹੁਤਿਆਂ ਨੇ ਜੇ ਝਾਤ ਮਾਰੀਏ, ਸਾਡੀ ਜਿਹੜੀ ਬਹੁਤੀ ਸਫਰਿੰਗ ਹੈ, ਜਿਹੜੀ ਸਾਡੀ ਬਹੁਤੀ ਦਿੱਕਤਦਾਰੀ ਹੈ ਜੀਵਨ ਦੀ, ਮੇਰਾ ਨਹੀਂ ਖਿਆਲ ਤੁਹਾਨੂੰ ਕਿਸੇ ਨੇ ਬਾਹਰੋਂ ਆ ਕੇ ਕਦੀ ਕਿਸੇ ਨੇ ਦਿੱਕਤ ਦਿੱਤੀ ਹੋਏ, ਲਿਟਰਲੀ ਤੌਰ 'ਤੇ ਬਾਹਰੋਂ ਕਿਸੇ ਨੇ ਕੁਛ ਮਾਰਿਆ, ਕੁੱਟਿਆ, ਸੱਟ ਪਚਾਈ ਹੋਏ ਤਾਂ ਜਾ ਕੇ ਕੁਛ। ਜੋ ਵੀ ਅਸੀਂ ਇਹ ਸਫਰਿੰਗ ਕ੍ਰੀਏਟ ਕੀਤੀ ਹੈ, ਜੋ ਵੀ ਅਸੀਂ ਸਫਰ ਕਰ ਰਹੇ ਹਾਂ, ਸਾਡੇ ਆਪਣੇ ਮਨ ਦੀ ਹੀ ਵੇਗ ਆ ਸਾਰਾ। ਉਹੀ ਕਰ ਰਿਹਾ, ਉਹੀ ਬਸ ਚੀਜ਼ਾਂ ਨੂੰ ਆਪਣੇ ਤੌਰ ਤੇ ਕਲਪੀ ਜਾ ਰਿਹਾ, ਸਭ ਤੇ ਦੁਖੀ ਹੋਈ ਜਾ ਰਿਹਾ, ਦੁਖੀ ਹੋਈ ਜਾ ਰਿਹਾ। ਜਦੋਂ ਉਹ ਚੀਜ਼ ਨਿਕਲ ਗਈ, ਜਦੋਂ ਅਸੀਂ ਉਸ ਟਰੈਪ ਦੇ ਵਿੱਚ, ਵਿਚਾਰਾਂ ਦੇ ਉਸ ਦੁਨੀਆ 'ਚ ਅਸੀਂ ਫਸਣਾ ਹੀ ਨਹੀਂ ਹੈਗਾ, ਫਿਰ ਕੌਣ ਦੁਖੀ ਕਰੇਗਾ ਤੁਹਾਨੂੰ? ਫਿਰ ਤੇ ਆਨੰਦ ਆ। ਇਹਨੂੰ ਕਿਹਾ ਗਿਆ ਥਾਟਲੈਸ। ਥਾਟ ਇੱਥੇ ਮੈਂ ਨਹੀਂ ਵੀ ਥਾਟ ਮਰ ਜਾਣਗੇ, ਨੋ ਨੋ ਨੋ, ਬੰਦਾ ਉਸ ਥਾਟ ਟਰੈਪ ਵਿੱਚ ਨਹੀਂ ਆ ਰਿਹਾ। ਇਹਨੂੰ ਮਹਾਰਾਜ ਨੇ ਬਿਆਨ ਕੀਤਾ, ਤਹਾਂ ਆਨੰਦ ਕਰੀਆ, ਨਾ ਮਰੀਆ ਨਾ ਜਰੀਆ। ਜਰੀਆ ਕਹਿੰਦੇ ਨੇ ਬੁਢੇਪੇ ਨੂੰ, ਮਰਨਾ, ਮਰ ਜਾਣ ਨੂੰ। ਬੰਦੇ ਨੂੰ ਰਾਤ ਦਿਨ ਇਹੀ ਡਰ ਪਿਆ ਹੈ ਵੀ ਉਮਰ ਲੰਘ ਚੱਲੀ ਹੈ, ਸੱਚੀ ਜ਼ਿੰਦਗੀ ਬੜੀ ਛੋਟੀ ਹੈ, ਗੁਜ਼ਰ ਜਾਣੀ, ਹੱਦ ਹੋ ਗਈ। ਇਹ ਵੈਸੇ ਬਾਣੀ ਬਚਨੇ ਕਹਿੰਦੀ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕੋਈ 20 ਸਾਲ 50 ਸਾਲ 70 ਸਾਲ 100 ਸਾਲ ਵੀ ਜੀ ਲੈ, ਫਿਰ ਵੀ ਕਹਿੰਦਾ ਨਹੀਂ ਅਜੇ ਥੋੜਾ ਹੀ ਹੈ ਕੰਮ ਇਸ ਰੂਪ ਦੇ 'ਚ। ਹਾਲਤ ਇਹ ਹੈ, ਖਾਦੇ ਰਹੀ। ਭਗਤ ਫਰੀਦ ਜੀ ਜ਼ਿਕਰ ਕਰਦੇ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹੁ ਪ੍ਰੀਤ ਨਾ ਜਾਏ। ਬੰਦਾ ਕਹਿੰਦਾ ਨਹੀਂ ਨਹੀਂ, ਮੈਂ ਜਵਾਨ ਦਿਸਣਾ ਚਾਹੀਦਾ ਹਰ ਵਕਤ, ਐਨ ਬਿਲਕੁਲ ਪਤਾ ਨਾ ਲੱਗੇ ਵੀ ਉਮਰ ਢਲ ਚੱਲੀ, ਸਾਰਾ ਇਹਦੇ ਉੱਤੇ ਜ਼ੋਰ ਲੱਗਾ ਬੰਦਾ। ਭਗਤ ਫਰੀਦ ਜੀ ਕਹਿੰਦੇ, ਕੱਲ ਜਾਂਦੀ ਆ ਚਲੀ ਜਾਏ, ਹੂ ਕੇਅਰ। ਇਸ ਜਰੀਏ ਦਾ ਜਿਹੜਾ ਜੋਬਨ ਘਟਾ ਹੈ, ਜਰੂਆ ਜਿਣਾ, ਜੋਬਨ ਘਟ ਰਿਹਾ, ਜਰੂਆ ਜਿੱਤ ਰਿਹਾ, ਉਹ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ, ਆਪਾਂ ਇਹ ਤੋਂ ਬਾਹਰ ਹਾਂ। ਈਵਨ ਇਹ ਹੀ ਨਹੀਂ, ਕਿਉਂਕਿ ਜਰ ਤੋਂ ਡਰ ਕਿਉਂ ਜ਼ਿਆਦਾ ਲੱਗਦਾ? ਕਿਉਂਕਿ ਅੱਗੇ ਸਾਹਮਣੇ ਦਿਸਦਾ ਵੀ ਜਦੋਂ ਜਾਰਾ ਆ ਗਿਆ ਤੇ ਫਿਰ ਜੰਮ ਵੀ ਆ ਗਿਆ ਨਾਲ ਹੀ, ਮੌਤ ਹੈ। ਨੈਕਸਟ ਹੋਰ ਸਟੈਪ ਕੀ ਹੈ? ਇੱਥੇ ਜ਼ਿਕਰ ਕੀਤਾ ਨਾ ਜ਼ਰੀਆ ਨਾ ਮਰੀਆ, ਬਿਲਕੁਲ ਬੰਦਾ ਸੁਰਖਰੂ ਹੋ ਗਿਆ। ਇੱਕ ਸਾਈਡ ਹੈ। ਹੁਣ ਦੂਸਰੀ ਬਚਨ ਕਿਹਾ ਹੈ, ਕੀਰਤਨ ਜੁਰੀਆ ਬਹੁ ਬਿਦ ਫਿਰੀਆ ਪਰ ਕੋ ਹਿਰੀਆ। ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ, ਜਿਹੜੇ ਵਰਡਸ ਨੇ, ਅਕੋਰਡਿੰਗ ਟੂ ਕੌਨਟੈਕਸਟ, ਮਤਲਬ ਉਹਨਾਂ ਨੂੰ ਉਹਦੇ ਕੌਨਟੈਕਸਟ ਤੋਂ ਤੋੜ ਕੇ ਤੁਸੀਂ ਟਰਾਂਸਲੇਟ ਨਹੀਂ ਕਰ ਸਕਦੇ। ਜਿਵੇਂ ਕੀਰਤਨ ਸ਼ਬਦ, ਮੋਸਟਲੀ ਕੀਰਤਨ ਨਿਰਮੋਲਕ ਹੀਰਾ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਜਿਹੜਾ ਹੈਗਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਪ੍ਰਭੂ ਦੀ ਕੀਰਤੀ ਗਾਉਣੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਜੋਗ ਬਣਿਆ ਤੇਰਾ ਕੀਰਤਨ ਗਾਈ। ਸ਼ਬਦ ਇਸ ਤਰੀਕੇ ਨਾਲ ਤੁਸੀਂ ਪੜ੍ਹ ਰਹੇ ਹੋ ਸਾਰੇ ਦੇ ਸਾਰੇ। ਪਰ ਇੱਥੇ ਜੋ ਕੁਝ ਉੱਥੇ ਟਰਾਂਸਲੇਸ਼ਨ ਆ ਰਹੀ ਕੀਰਤਨ ਦੀ, ਰੱਬ ਦੀ ਸਤੁਤੀ ਦੀ, ਉਹ ਇੱਥੇ ਅਰਥ ਨਹੀਂ ਹੈਗੇ। ਇੱਥੇ ਅਰਥ ਟੋਟਲੀ ਡਿਫਰੈਂਟ ਨੇ। ਕੀਰਤਨ ਜੁਰੀਆ, ਬੰਦੇ ਨੇ ਆਪਣੇ ਹੀ ਕੰਮਾਂ ਕਾਰਾਂ ਦੀ ਦੁਨੀਆ ਬਣਾਈ ਹੈ ਤੇ ਉਹਦੇ 'ਚ ਜੁੜ ਗਿਆ ਹੈ। ਆਪ ਹੀ ਜਿਹੜਾ ਹੈ ਇਸ ਕਿਸਮ ਦਾ ਖਿਆਲਾਂ ਦਾ ਪੁਲੰਦਾ ਬੁਣਿਆ ਤੇ ਆਪਣੀ ਇੱਕ ਦੁਨੀਆ ਜਿਹੜੀ ਆਪਣੇ ਲਈ ਟਰੈਪ ਸਿਰਜ ਲਿਆ। ਉਹਨੂੰ ਕਿਹਾ ਗਿਆ ਕੀਰਤਨ ਜੁਰੀਆ ਬਹੁ ਬਿਦ ਫਿਰੀਆ। ਤੇ ਫਿਰ ਕਈ ਤਰੀਕਿਆਂ ਦੇ ਨਾਲ ਗਰਦਿਸ਼ ਕਰਦਾ ਹੈਗਾ, ਭੱਜਦਾ ਨੱਠਦਾ ਵੀ ਮੈਂ ਇਹਦੇ 'ਚੋਂ ਬਾਹਰ ਨਿਕਲ ਜਾਵਾਂ। ਹੁਣ ਟਰੈਪ ਐਸਾ ਬਣਾ ਲੈਂਦਾ ਜਿਵੇਂ ਮੱਕੜੀ ਜਾਲ ਬਣਾਉਂਦੀ ਹੈ, ਉਹਦੇ 'ਚ ਖੁਦ ਫਸ ਜਾਂਦਾ ਆ। ਵੈਸੇ ਕਿਸੇ ਦਿਨ ਬੜੀ ਡੀਪ ਲੈਵਲ 'ਤੇ ਗੱਲ ਕਰਾਂਗੇ, ਬਟ ਲੈਟ ਮੀ ਟੈਲ ਯੂ 2 ਥਿੰਗਸ ਓਵਰ ਹੇਅਰ।
ਸਾਨੂੰ ਕੁਦਰਤ ਨੇ ਦੋ ਚੀਜ਼ਾਂ ਬਹੁਤ ਕਮਾਲ ਦੀਆਂ ਦਿੱਤੀਆਂ ਮਨੁੱਖਾਂ ਨੂੰ, ਇੱਕ ਇਮੈਜੀਨੇਸ਼ਨ ਤੇ ਦੂਸਰੀ ਮੈਮਰੀ। ਹੁਣ ਜਿਹੜੀ ਮੈਮਰੀ ਹੈ, ਕੋਈ ਗੱਲ 10 ਸਾਲ ਪਹਿਲਾਂ ਵਾਪਰੀ ਸੀ, ਹੂ ਬਹੂ ਅੱਜ ਵੀ ਯਾਦ ਹੈ, ਹੂ ਬਹੂ। ਕਿੱਡੀ ਕਮਾਲ ਦੀ ਚੀਜ਼ ਆ, ਪਰ ਮੁਸੀਬਤ ਇਹ ਹੈ, ਇਹੀ ਸਭ ਤੋਂ ਵੱਧ ਤੰਗ ਕਰਦੀ ਹੈ। ਕਿਹੜੀ ਮੈਮਰੀ ਰੱਖਣੀ ਹੈ, ਕਿਹੜੀ ਨਹੀਂ ਰੱਖਣੀ, ਇਹ ਨਾ ਪਤਾ ਹੋਣ ਕਰਕੇ ਇਹੋ ਜਿਹੀਆਂ ਮੈਮਰੀਜ਼ ਇਕੱਠੀਆਂ ਕਰੀ ਬੈਠਾ ਆ, ਅੱਜ ਹੀ ਕੋਈ ਨਹੀਂ ਹੈਗਾ। ਆ ਫਾਦਰਸ ਡੇ ਆਉਣਾ, ਕਈਆਂ ਨੇ ਹੈਪੀ ਫਾਦਰਸ ਡੇ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਤੇ ਆਲੇ ਦੁਆਲੇ ਸੱਟਣਾ ਵੱਢਣਾ ਕਰਨਾ। ਰਿਐਲਿਟੀ ਦੇ ਵਿੱਚ ਭਾਵੇਂ ਫਾਦਰ ਕੋਲ ਹੀ ਹੋਏ, ਉਹਨੂੰ ਆਈ ਲਵ ਯੂ ਫਾਦਰ ਜਾਂ ਆਈ ਲਵ ਯੂ ਡੈਡ ਕਹਿਣ ਵਾਸਤੇ ਵੀ ਜਾਨ ਨਿਕਲ ਜਾਏਗੀ, ਨਹੀਂ ਨਹੀਂ ਕਿਉਂ, ਕਿਉਂਕਿ ਇੱਕ ਮੈਮਰੀ ਆ ਫਲਾਣੇ ਸਮੇਂ ਦੀ, ਉਦੋਂ ਮੇਰੇ ਡੈਡ ਨੇ ਮੈਨੂੰ ਆ। ਕਮਾਲ ਹੋ ਗਈ, ਦੱਸੋ। ਮੈਮਰੀ ਜਿਹੜੀ ਇੱਕ ਕਮਾਲ ਦੀ ਚੀਜ਼ ਸੀ, ਉਹੀ ਬੰਦੇ ਦੀ ਦੁਸ਼ਮਣ ਬਣ ਗਈ। ਦੂਸਰੀ ਇਮੈਜੀਨੇਸ਼ਨ। ਇਮੈਜੀਨੇਸ਼ਨ ਕੀ ਹੈ ਕਿ ਅੱਜ ਕੋਈ ਕੰਮ ਕਰਨਾ ਸੀਗਾ, ਕੰਮ ਹੋਇਆ ਨਹੀਂ, ਮਨ ਨੇ ਇਮੈਜਿਨ ਕਰਨਾ ਸ਼ੁਰੂ ਕਰਤਾ, ਅੱਜ ਇੱਕ ਕੰਮ ਨਹੀਂ ਹੋਇਆ, ਕੱਲ੍ਹ ਨੂੰ ਉਸ ਕੰਮ ਕਰਕੇ ਦੂਜਾ ਨਹੀਂ ਹੋਏਗਾ, ਤੀਜਾ ਨਹੀਂ ਹੋਏਗਾ, ਚੌਥਾ ਨਹੀਂ ਹੋਏਗਾ, ਪੰਜਵਾਂ ਨਹੀਂ ਹੋਏਗਾ। ਰਾਤ ਹੁੰਦਿਆਂ ਹੁੰਦਿਆਂ ਬੁਖਾਰ ਚੜ੍ਹਨ ਵਾਲਾ ਹੋ ਗਿਆ, ਵੀ ਦੁਨੀਆ ਹੀ ਖਤਮ ਹੋ ਗਈ, ਮਾਰੇ ਗਏ, ਕੁਛ ਵੀ ਨਹੀਂ ਹੋਣਾ। ਇਮੈਜੀਨੇਸ਼ਨ ਕਿੱਡਾ ਕਮਾਲ ਦਾ ਟੂਲ ਮਿਲਿਆ, ਤੇ ਉਹ ਬੰਦੇ ਨੇ ਦੁੱਖ ਦਾ ਸਬੱਬ ਬਣਾ ਲਿਆ। ਗੁਰੂ ਬਾਬਾ ਜੀ ਕਹਿੰਦੇ ਕੀਰਤਨ ਜੁਰੀਆ, ਇਹਨੇ ਆਪਣਾ ਬਣਾਇਆ ਹੋਇਆ, ਆਪਣਾ ਕੀਤਾ ਹੋਇਆ ਕੈਸਾ ਨੈਟ ਬਣਾਇਆ, ਬਹੁ ਬਿਧ ਫਿਰਿਆ, ਤੇ ਫਿਰ ਉਹਦੇ 'ਚ ਭਟਕ ਰਿਹਾ ਵੀ ਮੈਂ ਕਿਸੇ ਤਰੀਕੇ ਨਾਲ ਨਿਕਲ ਜਾਵਾਂ। ਭਲੇ ਬੰਦੇ, ਖੁਦ ਤੇ ਬੁਣਿਆ ਕਿਵੇਂ ਨਿਕਲੇਗਾ ਤੂੰ। ਫਿਰ ਅਗਲਾ ਬਚਨ ਲਿਖਿਆ ਇਹਦੇ ਵਿੱਚ, ਕਹਿੰਦੇ ਪਰਕੋ ਹਿਰਿਆ, ਪਰਕੋ ਹਿਰਿਆ, ਦੂਜਿਆਂ ਵੱਲ ਵੇਖ ਵੇਖ ਕੇ ਹਿਰਖ ਕਰਦਾ ਹੈ, ਕੰਪੈਰੀਜ਼ਨ ਕਰਦਾ ਤੇ ਰੋਂਦਾ ਹੈ। ਪਤਾ ਨਹੀਂ ਮੇਰੀ ਕਿਸਮਤ ਮਾੜੀ ਹੈ, ਫਲਾਣੇ ਦੇ ਉਹਦੇ ਕੰਮ ਕਿੱਡੇ ਵਧੀਆ ਬਣ ਗਏ, ਉਹ ਕਿੰਨਾ ਸੁਖੀ ਹੈ। ਉਹ ਇਸ ਰੂਪ ਦੇ ਵਿੱਚ ਕੋਸੀ ਜਾਂਦਾ ਹੈ। ਲਿਟਰਲੀ ਤੌਰ ਤੇ ਬੰਦੇ ਦੀ ਇਹੀ ਸਭ ਤੋਂ ਵੱਡੀ ਮੁਸ਼ਕਲ ਹੈ, ਨਥਿੰਗ ਐਲਸ। ਈਵਨ ਮੈਂ ਤੇ ਕਿਡਸ ਪੇਰੈਂਟਸ ਰਿਲੇਸ਼ਨਸ਼ਿਪ ਦੇ ਉੱਤੇ ਵੱਡੇ ਲੈਵਲ ਤੇ ਕਾਉਂਸਲਿੰਗ ਕਰਦਾ ਹਾਂ। ਮੇਰੇ ਕੋਲ ਮਾਪੇ ਸਿੱਧੇ ਤੌਰ ਤੇ ਕਹਿਣਗੇ, ਭਾਈ ਸਾਹਿਬ ਮੈਂ 15 ਸਾਲ ਦਾ ਸੀ, ਤੁਹਾਨੂੰ ਪਤਾ ਮੈਂ ਕਿੰਨੇ ਕੰਮ ਕਰਦਾ ਸੀਗਾ, ਇੱਕ ਵੀ ਨਹੀਂ ਕਰਦਾ। ਕੰਪੈਰੀਜ਼ਨ, ਦੈਟਸ ਰੋਂਗ। ਵਾਟ ਆਰ ਯੂ ਡੂਇੰਗ? ਤੂੰ ਇੱਕ ਡਿਫਰੈਂਟ ਇੰਡੀਵਿਜੂਅਲ ਸੀਗਾ, ਡਿਫਰੈਂਟ ਇੰਡੀਵਿਜੂਅਲ ਆ। ਆ ਚੀਜ਼ ਆ, ਇਹ ਹੈ ਪਰਕੋ ਹਿਰਿਆ, ਹਿਰਖ ਕਰਦਾ ਹੈ। ਅਜੇ ਬੰਦਾ ਇਮਾਨਦਾਰੀ ਨਾਲ ਆਪਣੀ ਦੱਸ ਰਿਹਾ, ਜੇ ਕਿ ਥੋੜਾ ਹੋਰ ਅੱਗੇ ਚੱਲੇ ਫਿਰ ਦੱਸੇਗਾ। ਸਾਡੀ ਨੇਬਰ 'ਚ ਵੀ ਬੱਚਾ ਹੈ, ਇਹ ਤੋਂ 2 ਸਾਲ ਛੋਟਾ ਹੈ, ਸਾਰਾ ਇਤਨਾ ਓਬੀਡੈਂਟ ਆ, ਜਦੋਂ ਮਿਲਦਾ ਇੰਨਾ ਪਿਆਰ ਕਰਦਾ। ਇਹ ਸਾਡੇ ਵਾਲਾ, ਇਹ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦਾ ਸਾਨੂੰ, ਦੱਸੋ। ਪਰਕੋ ਹਿਰਿਆ ਆਇਆ। ਇਹ ਐਕਚੁਅਲੀ ਸਾਰੀ ਚੀਜ਼, ਇਹ ਸਾਰੀ ਕਲਪਨਾ ਦੇ ਵਿੱਚ ਬੰਦਾ ਗੁਰਦੁਆਰੇ ਵੀ ਆ ਜਾਏ, ਸੌਰੀ ਟੂ ਸੇ, ਕੀ ਕਰੇਗਾ? ਨਥਿੰਗ। ਅੰਦਰ ਤੇ ਉਹ ਚੱਲ ਰਹੀ ਸਾਰੀ ਮਿਸਰੀ। ਮਹਾਰਾਜ ਬਿਆਨ ਕਰਦੇ, ਉਹਨੂੰ ਪ੍ਰੀਤ ਗੁਰੀਆ ਨਹੀਂ ਸਮਝ ਆ ਰਹੀ। ਅਗਲਾ ਬਚਨ ਲਿਖਿਆ, ਬਿਖਨਾ ਕਿਰਿਆ, ਜ਼ਹਿਰ ਨਾਲ ਗਿਰ ਗਿਆ। ਇਹ ਤੇ ਗੁਰੂ ਤਰਸ ਕਰੇ ਕਿ ਤੇ ਉਹਦੀ ਬਖਸ਼ਿਸ਼ ਦਾ ਮੀਂਹ ਪਏ। If we can enjoy the shower of blessings, then we can come out of that miserable world. Otherwise, सब कहते बिखना किरिया। हाँ, अब साधु संग परिया, ਇਹ ਰਾਵੀ ਹੈ। ਗੁਰਬਾਣੀ ਸਾਨੂੰ ਬਿਲਕੁਲ ਪੈਸਟਿਮਿਸਟਿਕ ਨਹੀਂ ਬਣਾ ਦਿੰਦੀ। ਗੁਰਬਾਣੀ ਕਹਿੰਦੀ ਹੈ, ਦੇਖੋ ਬਈ, ਇਹਦੇ ਸਾਰੇ 'ਚ ਆਊਟ ਹੋਣ ਦਾ ਆਪਟੀਮਿਸਟਿਕ ਵੇ ਵੀ ਹੈ। ਉਹ ਹੈਗਾ ਆ, ਅਬ ਸਾਧੂ ਸੰਗ ਪਰੀਆ, ਹਰ ਦੁਆਰੇ ਖਰੀਆ, ਹਰੀ ਦੇ ਦੁਆਰ ਤੇ ਆ ਕੇ ਖੜਾ ਹੋ ਜਾ। ਆਪਣੇ ਮਨ ਨੂੰ ਇੱਕ ਸਪੋਟ ਤੇ ਲੈ ਆ, ਜਿੱਥੇ ਜਾ ਕੇ ਉਹਨੂੰ ਕਹੇ, ਮਨਾ ਕਿਉਂ ਐਵੇਂ ਸਿਆਪੇ ਨੂੰ ਪਿਆ ਆ, ਕੁਝ ਰੱਬ ਤੇ ਭਰੋਸਾ ਕਰ, ਕਰਤਾਰ ਤੇ ਵਿਸ਼ਵਾਸ ਕਰ, ਜੋ ਤੇਰੇ ਹਿੱਸੇ ਵਿੱਚ ਆਉਂਦਾ ਉਹ ਕਰ, ਬਾਕੀ ਜੋ ਮਾਲਕ ਨੂੰ ਪਾਵੇ। ਉਹਦੀ ਬਾਤ ਆਈ ਇਹਦੇ 'ਚ, ਹਰ ਦੁਆਰ ਹੈ ਖਰੀਆ, ਦਰਸ਼ਨ ਕਰੀਆ। ਫਿਰ ਉਹ ਦੀਦਾਰ ਪਾਉਂਦਾ ਹੈ। ਫਿਰ ਉਹਨੂੰ ਆ ਕੇ ਪੁੱਛੇ ਨਾ ਕੋਈ ਵੀ ਰੱਬ ਹੈ, ਉਹ ਕਹਿੰਦਾ ਉਹੀ ਤੇ ਹੈ, ਹੋਰ ਹੈ ਕੀ ਹੈ।
ਤੂੰ ਕੀ ਹੈ, ਮੈਂ ਕੀ ਹਾਂ, ਕੁਛ ਵੀ ਨਹੀਂ। ਇਹ ਤੇ ਆਉਣ ਜਾਣ ਦਾ ਮੇਲਾ ਹੈ ਥੋੜ੍ਹੇ ਦਿਨਾਂ ਦਾ, ਬਾਕੀ ਉਹ ਆਪ ਆਪਣੀ ਹੋਂਦ ਵਿੱਚ ਨੱਚ ਰਿਹਾ, ਉਹੀ ਖੇਡ ਰਿਹਾ ਹੈ। ਇਹ ਹੈ ਉਹ ਬਾਜੀਗਰ ਜਿਹੜਾ ਹੈਗਾ, ਵੱਡੀ ਬਾਜੀ ਪਾ ਕੇ ਬੈਠਾ ਹੈਗਾ, ਉਹਨੇ ਸਵਾਂਗ ਰਚਿਆ ਆ। ਉਸ ਸਵਾਂਗ ਦੇ ਵਿੱਚ ਅਸੀਂ ਸਭ ਗੁੱਡੀਆਂ ਨੱਚ ਰਹੇ ਹਾਂ ਸਾਰੇ ਦੇ ਸਾਰੇ। ਇੱਥੇ ਬਿਆਨ ਆ ਰਿਹਾ ਹੈਗਾ, ਦਰਸ਼ਨ ਕਰੀਆ ਨਾਨਕ ਗੁਰ ਮਿਰਿਆ। ਹੇ ਨਾਨਕ ਲਿਟਰਲੀ ਕਹਿ ਗੁਰੂ ਮਿਲ ਗਿਆ। ਮਾਸਟਰ ਨੇ, ਵਿਜ਼ਨਰੀ ਨੇ ਮੈਨੂੰ ਵਿਜ਼ਨ ਦੇ ਦਿੱਤਾ। ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ। ਬਹੁਰ ਨਾ ਫਿਰਿਆ, ਵਾਰ-ਵਾਰ ਫਿਰ ਜੰਮਣ ਮਰਨਾ ਮੁੱਕ ਗਿਆ, ਸੈਲਵੇਸ਼ਨ ਹੋ ਗਈ। ਜਿਹੜੀ ਭਟਕਣਾ ਆ ਉਹਦੇ ਚੋਂ ਬੰਦਾ ਬਾਹਰ ਨਿਕਲ ਆਇਆ। ਰੂਹਾਨੀ ਤੌਰ 'ਤੇ ਇਹ ਜਿਹੜਾ ਸ਼ਬਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਮਹਾਰਾਜ ਸਾਨੂੰ ਬਿਆਨ ਕਰਦੇ ਸੰਸਾਰ ਵਿੱਚ ਰਹੋ ਵਿਚਰ ਮਾਣ ਜੀ। ਪਰ ਇਹਦੇ ਵਿੱਚ ਈਰਖਾ ਦੁਆਇਕ ਸਾੜੇ ਜਿਹੜਾ ਅਸੀਂ ਹਰਖ ਵਗੈਰਾ ਕਰ ਰਹੇ ਹੈਗੇ, ਸਭ ਤੋਂ ਬਾਹਰ ਆ ਜਾ। ਇਹਦੇ ਨਾਲ ਤੂੰ ਪ੍ਰੀਤ ਨਾ ਕਰ ਸਕੇਂਗਾ, ਨਾ ਪ੍ਰੀਤ ਲੈ ਸਕੇਂਗਾ। ਤੇ ਸੰਸਾਰ ਸਾਰਾ ਪਿਆਰ ਦਾ, ਸਨੇਹ ਦਾ, ਖਲੂਸ ਦਾ, ਮੁਹੱਬਤ ਦਾ ਆ। ਤੋ ਰੱਬ ਉਤੇ ਆਪ, ਆਪਾਂ ਬੀਤੇ ਕੱਲ੍ਹ ਵੀ ਬਚਨ ਪ੍ਰਾਰੰਭ ਕੀਤਾ ਸੀ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਉਹੀ ਪ੍ਰਭੂ ਦੀ ਆਸਥਾ ਵਿੱਚ ਜਾ ਸਕਦਾ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਰਾਗੀ ਵਿਰਾਗੇ ਅਗਲੀ ਸੇਵਾ ਕਰਨਗੇ। ਮੈਂ ਇੱਥੇ ਇਜਾਜ਼ਤ ਚਾਹਾਂਗਾ। ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।